हेलो फ्रेंड्स, वेलकम टू योर यूट्यूब चैनल इंग्लिश फैमिली 87। सो अपनी इस वीडियो ਦੇ ਵਿੱਚ ਆਪਾਂ ਆਪਣੀ ਜਿਹੜੀ ਆਕਸਫੋਰਡ ਗ੍ਰਾਮਰ ਹੈ ਬਾय ਜੌਨ ਈਸਟਵੁੱਡ ਉਸ ਦੀ ਯੂਨਿਟ ਹੈ ਜਿਹੜੀ ਜਾਂ ਫਿਰ ਕਹਿ ਲਓ ਉਸ ਦੀ ਐਕਸਰਸਾਈਜ਼ ਆਪਾਂ ਕਰਾਂਗੇ 126। ਦੇਖੋ 126 ਐਕਸਰਸਾਈਜ਼ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਪ੍ਰੈਪੋਜੀਸ਼ਨਲ ਵਰਬ ਆਪਾਂ ਨੇ ਪ੍ਰੈਪੋਜੀਸ਼ਨਲ ਵਰਬਸ ਨੇ ਜਿਹੜੀਆਂ ਉਹ ਕਰਨੀਆਂ ਨੇ। ਪ੍ਰੈਪੋਜੀਸ਼ਨਲ ਵਰਬਸ मतलब ਕਿ ਵਰਬ ਪਲੱਸ ਪ੍ਰੈਪੋਜੀਸ਼ਨ। ਕਈ ਵਾਰ ਕੀ ਹੁੰਦਾ ਹੈ ਇੱਕ ਵਰਬ ਦੇ ਨਾਲ ਇੱਕ ਤੋਂ ਜ਼ਿਆਦਾ ਪ੍ਰੈਪੋਜੀਸ਼ਨਸ ਨੇ ਜਿਹੜੀਆਂ ਯੂਜ਼ ਹੋ ਸਕਦੀਆਂ ਨੇ, ਜਾਂ ਫਿਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਇੱਕ ਵਰਬ ਦੇ ਨਾਲ ਕੋਈ ਫਿਕਸ ਪ੍ਰੈਪੋਜੀਸ਼ਨ ਹੈ ਜਿਹੜੀ ਸਿਰਫ ਉਹੀ ਯੂਜ਼ ਹੁੰਦੀ ਹੈ। ਇੱਕ ਵਰਬ ਦੇ ਨਾਲ ਜੇਕਰ ਇੱਕ ਤੋਂ ਜ਼ਿਆਦਾ ਪ੍ਰੈਪੋਜੀਸ਼ਨਸ ਨੇ ਜਿਹੜੀਆਂ ਯੂਜ਼ ਹੁੰਦੀਆਂ ਨੇ ਉਹਨਾਂ ਦਾ ਮੀਨਿੰਗ ਹੈ ਜਿਹੜਾ ਉਹ ਅਲੱਗ-ਅਲੱਗ ਹੋ ਸਕਦਾ ਹੈ। ਸੋ ਦੇਖੋ ਸਭ ਤੋਂ ਪਹਿਲਾਂ ਆਪਾਂ ਆਪਣੀ ਇਸ ਐਕਸਰਸਾਈਜ਼ ਦਾ ਫਸਟ ਪਾਰਟ ਹੈ ਜਿਹੜਾ ਉਹ ਕਰਾਂਗੇ। ਫਸਟ ਪਾਰਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਪ੍ਰੈਪੋਜੀਸ਼ਨਸ ਵਿਦ ਲੁੱਕ। ਇਸ ਐਕਸਰਸਾਈਜ਼ ਦੇ ਵਿੱਚ ਆਪਾਂ ਲੁੱਕ ਦੇ ਨਾਲ ਜਿਹੜੀਆਂ ਪ੍ਰੈਪੋਜੀਸ਼ਨਸ ਨੇ ਉਹਨਾਂ ਦਾ ਯੂਜ਼ ਕਰਾਂਗੇ ਔਰ ਦੇਖਾਂਗੇ ਕਿ ਲੁੱਕ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਲੱਗ ਕੇ ਉਸ ਦਾ ਮੀਨਿੰਗ ਹੈ ਜਿਹੜਾ ਉਹ ਕੀ ਨਿਕਲਦਾ ਹੈ। ਹੁਣ ਆਪਾਂ ਨੇ ਕਰਨਾ ਕੀ ਹੈ, ਦੇਖੋ ਕੰਪਲੀਟ ਦਾ ਕਨਵਰਸੇਸ਼ਨ ਆਪਾਂ ਨੇ ਕੰਪਲੀਟ ਕਰਨੀ ਹੈ ਬਿਟਵੀਨ ਲੌਰਾ ਐਂਡ ਹਰ ਫਰੈਂਡ ਓਲੀਵੀਆ। ਲੌਰਾ ਅਤੇ ਓਲੀਵੀਆ ਜਿਹੜੇ ਆਪਸ ਦੇ ਵਿੱਚ ਉਹ ਗੱਲਬਾਤ ਕਰ ਰਹੇ ਨੇ। ਪੁੱਟ ਇਨ ਆਫਟਰ ਆਪਾਂ ਨੇ ਕਿਹੜੀ ਪ੍ਰੈਪੋਜੀਸ਼ਨਸ ਯੂਜ਼ ਕਰਨੀਆਂ ਨੇ, ਆਫਟਰ, ਐਟ, ਫॉर ਐਂਡ ਇਨਟੂ। ਜੋ ਆਪਾਂ ਨੂੰ ਬਲੈਂਕਸ ਦਿੱਤੇ ਨੇ ਇਹਨਾਂ ਬਲੈਂਕਸ ਦੇ ਵਿੱਚ ਆਪਾਂ ਨੇ ਇਹ ਚਾਰੋਂ ਜਿਹੜੀਆਂ ਪ੍ਰੈਪੋਜੀਸ਼ਨਸ ਨੇ ਇਹਨਾਂ ਦਾ ਯੂਜ਼ ਕਰਨਾ ਹੈ। ਕਿਹੜੀ ਬਲੈਂਕ ਦੇ ਵਿੱਚ ਕਿਹੜੀ ਆਏਗੀ ਉਹ ਆਪਾਂ ਨੇ ਦੇਖਣਾ ਹੈ। ਹੁਣ ਅੱਗੇ ਦੇਖੋ ਹੋਰ ਕੀ ਕਰਨਾ ਹੈ, ਆਪਾਂ ਨੇ ਸਾਰੀਆਂ ਇਹ ਪ੍ਰੈਪੋਜੀਸ਼ਨ ਲੁੱਕ ਦੇ ਨਾਲ ਯੂਜ਼ ਕਰਨੀਆਂ ਨੇ। ਮਤਲਬ ਕਿ ਹਰ ਇੱਕ ਬਲੈਂਕ ਤੋਂ ਪਹਿਲਾਂ ਦੇਖੋ ਜਿਹੜੀ ਵਰਬ ਹੈ ਉਹ ਲੁੱਕ ਹੈ, ਲੁੱਕ। ਹੁਣ ਆਪਾਂ ਨੇ ਲੁੱਕ ਦੇ ਨਾਲ ਇਸ ਤਰ੍ਹਾਂ ਲੁੱਕ ਆਫਟਰ ਜਾਂ ਫਿਰ ਲੁੱਕ ਐਟ ਜਾਂ ਫਿਰ ਲੁੱਕ ਫॉर ਜਾਂ ਫਿਰ ਲੁੱਕ ਇਨਟੂ। ਜਦੋਂ ਲੁੱਕ ਦੇ ਨਾਲ ਆਪਾਂ ਇਹ ਪ੍ਰੈਪੋਜੀਸ਼ਨਸ ਯੂਜ਼ ਕਰਾਂਗੇ ਤਾਂ ਇਹਨਾਂ ਦਾ ਮੀਨਿੰਗ ਹੈ ਜਿਹੜਾ ਉਹ ਅਲੱਗ-ਅਲੱਗ ਹੁੰਦਾ ਹੈ। ਦੇਖੋ ਜੇਕਰ ਆਪਾਂ ਲੁੱਕ ਦੇ ਨਾਲ ਆਫਟਰ ਦਾ ਯੂਜ਼ ਕਰਾਂਗੇ ਤਾਂ ਇਸ ਦਾ ਮਤਲਬ ਹੁੰਦਾ ਦੇਖਭਾਲ ਕਰਨਾ। ਜਿਸ ਤਰ੍ਹਾਂ ਕਿ ਆਪਾਂ ਕਹੀਏ ਆਪਾਂ ਨੂੰ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਜਾਂ ਫਿਰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਉਸ ਦਾ ਮਤਲਬ ਹੁੰਦਾ ਲੁੱਕ ਆਫਟਰ, ਕੇਅਰ ਕਰਨਾ ਕਿਸੇ ਦੀ, ਲੁੱਕ ਆਫਟਰ। ਜੇਕਰ ਲੁੱਕ ਦੇ ਨਾਲ ਐਟ ਦਾ ਯੂਜ਼ ਕਰਦੇ ਆ ਉਸ ਦਾ ਮਤਲਬ ਹੁੰਦਾ ਦੇਖਣਾ ਕਿਸੇ ਨੂੰ। ਜਿਸ ਤਰ੍ਹਾਂ ਆਪਾਂ ਕਹੀਏ ਤੁਸੀਂ ਮੈਨੂੰ ਕਿਉਂ ਦੇਖ ਰਹੇ ਹੋ, ਵਾਈ ਆਰ ਯੂ ਲੁਕਿੰਗ ਐਟ ਮੀ। ਲੁੱਕ ਫॉर ਦਾ ਮਤਲਬ ਹੁੰਦਾ ਹੈ ਲੱਭਣਾ, ਕੁਝ ਲੱਭਣਾ। ਜਿਸ ਤਰ੍ਹਾਂ ਆਪਾਂ ਕਹੀਏ ਮੈਂ ਆਪਣੀ ਕਿਤਾਬ ਲੱਭ ਰਿਹਾ ਹਾਂ, ਆਈ ਐਮ ਲੁਕਿੰਗ ਫॉर ਮਾਈ ਬੁੱਕ, ਮੈਂ ਆਪਣੀ ਕਿਤਾਬ ਲੱਭ ਰਿਹਾ ਹਾਂ। ਔਰ ਅੱਗੇ ਲੁੱਕ ਇਨਟੂ, ਜਦੋਂ ਲੁੱਕ ਦੇ ਨਾਲ ਇਨਟੂ ਦਾ ਯੂਜ਼ ਹੁੰਦਾ ਹੈ ਤਾਂ ਉਸ ਦਾ ਮਤਲਬ ਹੁੰਦਾ ਜਾਂਚ ਪੜਤਾਲ ਕਰਨੀ, ਮਤਲਬ ਕਿ ਇਨਕੁਆਇਰੀ ਕਰਨੀ। ਤਾਂ ਉਸ ਦਾ ਮਤਲਬ ਹੁੰਦਾ ਹੈ ਜਾਂਚ ਪੜਤਾਲ ਕਰਨੀ ਜਾਂ ਫਿਰ ਇਨਕੁਆਇਰੀ ਕਰਨੀ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਜੇਕਰ ਤੁਹਾਡੇ ਇਹ ਯਾਦ ਹੈ ਲੁੱਕ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਲੱਗ ਕੇ ਉਸ ਦਾ ਮੀਨਿੰਗ ਕੀ ਨਿਕਲਦਾ ਤਾਂ ਆਸਾਨੀ ਦੇ ਨਾਲ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ। ਆਸਾਨੀ ਦੇ ਨਾਲ ਇੱਥੇ ਪ੍ਰੈਪੋਜੀਸ਼ਨ ਜਿਹੜੀ ਪ੍ਰੋਪਰ ਆਏਗੀ ਉਸ ਨੂੰ ਤੁਸੀਂ ਪੁੱਟ ਕਰ ਸਕਦੇ ਹੋ। ਬਾਕੀ ਜਦੋਂ ਪੜਾਂਗੇ ਇਹਨਾਂ ਦੀ ਪੰਜਾਬੀ ਤੁਹਾਨੂੰ ਪਤਾ ਲੱਗਣੀ ਚਾਹੀਦੀ ਹੈ, ਫਿਰ ਹੀ ਤੁਹਾਨੂੰ ਪਤਾ ਚੱਲੇਗਾ ਕਿ ਇੱਥੇ ਮੀਨਿੰਗ ਹੈ ਜਿਹੜਾ ਕੀ ਨਿਕਲ ਰਿਹਾ ਹੈ, ਲੁੱਕ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਲੱਗੇਗੀ। ਦੇਖੋ ਆਪਾਂ ਸ਼ੁਰੂ ਕਰਦੇ ਹਾਂ। ਲੌਰਾ ਸਭ ਤੋਂ ਪਹਿਲਾਂ ਫਸਟ ਹੈ ਜਿਹੜੀ ਲੌਰਾ ਬੋਲ ਰਹੀ ਹੈ ਓਲੀਵੀਆ ਨੂੰ। ਕੀ ਕਹਿ ਰਹੀ ਹੈ, ਡਿਡ ਯੂ ਸੇ ਯੂ ਵਰ ਲੁਕਿੰਗ ਐਨ ਆਓ ਪੇਅਰ। ਮਤਲਬ ਕਿ ਓਲੀਵੀਆ ਨੂੰ ਪੁੱਛ ਰਹੀ ਹੈ ਕੀ ਤੁਸੀਂ ਕਿਹਾ ਸੀ ਕਿ ਤੁਸੀਂ ਆਓ ਪੇਅਰ ਹੈ ਜਿਹੜਾ ਉਸ ਨੂੰ ਲੱਭ ਰਹੇ ਹੋ। ਇੱਥੇ ਲੱਭਣਾ ਮਤਲਬ ਆਓ ਪੇਅਰ ਕੀ ਹੁੰਦਾ, ਸਭ ਤੋਂ ਪਹਿਲਾਂ ਆਓ ਪੇਅਰ ਦੇਖੋ ਕੀ ਹੁੰਦਾ। ਆਓ ਪੇਅਰ ਹੁੰਦਾ ਹੈ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਫੋਰਨ ਦੇ ਵਿੱਚ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਜਾਂ ਫਿਰ ਆਪਣੇ ਬਜ਼ੁਰਗਾਂ ਨੂੰ ਉਹਨਾਂ ਦੀ ਦੇਖਭਾਲ ਕਰਨ ਦੇ ਲਈ ਮਤਲਬ ਇੱਕ ਹਸਬੈਂਡ ਅਤੇ ਵਾਈਫ ਨੂੰ ਰੱਖਿਆ ਜਾਂਦਾ ਸੀਗਾ, ਉਹਨਾਂ ਦੀ ਕੇਅਰ ਕਰਨ ਦੇ ਲਈ ਉਹਨਾਂ ਨੂੰ ਬੋਲਦੇ ਸੀ ਆਓ ਪੇਅਰ। ਹੁਣ ਇੱਥੇ ਇਸ ਦਾ ਮਤਲਬ ਇਹ ਹੈ, ਲੌਰਾ ਓਲੀਵੀਆ ਨੂੰ ਪੁੱਛ ਰਹੀ ਹੈ ਕੀ ਤੁਸੀਂ ਯੂ ਆਰ ਲੁਕਿੰਗ, ਕੀ ਤੁਸੀਂ ਲੱਭ ਰਹੇ ਸੀ ਐਨ ਆਓ ਪੇਅਰ, ਵੀ ਤੁਸੀਂ ਆਓ ਪੇਅਰ ਲੱਭ ਰਹੇ ਸੀ। ਮਤਲਬ ਉਹਨਾਂ ਨੂੰ ਜ਼ਰੂਰਤ ਹੋਵੇਗੀ। ਜੇਕਰ ਇਸ ਤੋਂ ਨਹੀਂ ਵੀ ਅੰਦਾਜ਼ਾ ਲੱਗਦਾ, ਜੇਕਰ ਅਗਲੇ ਤੁਸੀਂ 2 ਲਾਈਨਾਂ ਪੜੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਥੇ ਆਓ ਪੇਅਰ ਨੂੰ ਲੱਭਣ ਦੀ ਗੱਲ ਹੋ ਰਹੀ ਹੈ। ਦੇਖੋ ਕਿਉਂਕਿ ਓਲੀਵੀਆ ਇਸ ਦਾ ਜਵਾਬ ਦਿੰਦੀ ਹੈ ਅੱਗੇ ਯੈਸ, हाँ कहती आई वॉज जस्ट लुकिंग दिस एडवरटाइजमेंट कहती हाँ मैं कहती ये एडवरटाइजमेंट है जी देखी सी मतलब कि एडवरटाइजमेंट होंदी इश्तिहार किसी अखबार दे विच या फिर किसी पेपर दे विच देखा होगा। मैं कहती ये देख रही सी एडवरटाइजमेंट देख रही सी वी नीड समवन सानू कोई चाहिदा है टू लुक आवर चिल्ड्रन मतलब कि साडे बच्चों की देखभाल करने दे लई क्योंकि लुक आ गया लुक तो बाद हुण
ਸਾਡੇ ਬੱਚਿਆਂ ਨੂੰ ਕੀ ਕਰਨ ਲਈ ਲੁੱਕ ਐਟ ਤਾਂ ਲਗਾ ਨਹੀਂ ਸਕਦੇ। ਲੁੱਕ ਐਟ ਤਾਂ ਹੁੰਦਾ ਦੇਖਣਾ। ਆਪਾਂ ਇਹ ਥੋੜੀ ਨਾ ਕਹਾਂਗੇ ਵੀ ਸਾਡੇ ਬੱਚਿਆਂ ਨੂੰ ਕੋਈ ਦੇਖਣ ਵਾਸਤੇ ਚਾਹੀਦਾ, ਵੀ ਸਾਡੇ ਬੱਚਿਆਂ ਨੂੰ ਕੋਈ ਦੇਖਦਾ ਰਹੇ। ਜਾਂ ਫਿਰ ਆਪਾਂ ਇਹ ਥੋੜੀ ਕਹਾਂਗੇ ਲੁੱਕ ਇਨਟੂ ਕਿ ਸਾਡੇ ਬੱਚਿਆਂ ਦੀ ਜਾਂਚ ਪੜਤਾਲ ਕਰਨ ਦੇ ਲਈ ਸਾਨੂੰ ਕੋਈ ਚਾਹੀਦਾ ਹੈ। ਜਾਂ ਫਿਰ ਲੁੱਕ ਫॉर ਕਿ ਸਾਡੇ ਬੱਚਿਆਂ ਨੂੰ ਕੋਈ ਲੱਭਣ ਦੇ ਲਈ ਚਾਹੀਦਾ। ਨਹੀਂ, ਸਾਡੇ ਬੱਚਿਆਂ ਦੀ ਦੇਖਭਾਲ ਕਰਨ ਦੇ ਲਈ ਕੋਈ ਚਾਹੀਦਾ। ਇਸ ਲਈ ਇੱਥੇ ਲੁੱਕ ਆਫਟਰ ਆਏਗਾ। ਔਰ ਉੱਪਰਲੇ ਦੇ ਵਿੱਚ ਓਲੀਵੀਆ ਨੇ ਕਿਹਾ ਸੀ, ਕਹਿੰਦੀ ਆਈ ਵਾਜ਼ ਜਸਟ ਲੁਕਿੰਗ ਦਿਸ ਐਡਵਰਟਾਈਜ਼ਮੈਂਟ, ਕਹਿੰਦੀ ਮੈਂ ਇਹ ਐਡਵਰਟਾਈਜ਼ਮੈਂਟ ਦੇਖ ਰਹੀ ਸੀ। ਐਡਵਰਟਾਈਜ਼ਮੈਂਟ ਦੀ ਜਾਂਚ ਪੜਤਾਲ ਨਹੀਂ ਕਰ ਰਹੀ ਸੀ, ਜਾਂ ਫਿਰ ਐਡਵਰਟਾਈਜ਼ਮੈਂਟ ਦੀ ਦੇਖਭਾਲ ਨਹੀਂ ਕਰ ਰਹੀ ਸੀ, ਜਾਂ ਫਿਰ ਐਡਵਰਟਾਈਜ਼ਮੈਂਟ ਲੱਭ ਨਹੀਂ ਰਹੀ ਸੀ, ਦੇਖ ਰਹੀ ਸੀ। ਤਾਂ ਇਸ ਲਈ ਇੱਥੇ ਲੁੱਕ ਐਟ ਆਏਗਾ। ਤਾਂ ਆਬਵੀਅਸ ਹੈ ਕਿ ਉੱਪਰ ਲੌਰਾ ਨੇ ਉਸ ਤੋਂ ਇਹੀ ਪੁੱਛਿਆ ਹੋਏਗਾ ਯੂ ਵਰ ਲੁਕਿੰਗ ਐਨ ਆਉਪੇਅਰ, ਕਿ ਤੁਸੀਂ ਇੱਕ ਆਉਪੇਅਰ ਲੱਭ ਰਹੇ ਸੀ, ਮਤਲਬ ਕਿ ਲੱਭਣ ਦੀ ਗੱਲ ਹੋ ਰਹੀ ਹੈ। ਤਾਂ ਕਰਕੇ ਇੱਥੇ ਲੁੱਕ ਫॉर ਆਏਗਾ, ਲੁੱਕ ਫॉर ਐਨ ਆਉਪੇਅਰ। ਫਿਰ ਓਲੀਵੀਆ ਨੇ ਕਿਹਾ ਕਿ ਨਹੀਂ ਹਾਂ ਯੈਸ ਆਈ ਵਾਜ਼ ਜਸਟ ਲੁਕਿੰਗ ਦਿਸ ਐਡਵਰਟਾਈਜ਼ਮੈਂਟ, ਕਹਿੰਦੀ ਮੈਂ ਇਹ ਐਡਵਰਟਾਈਜ਼ਮੈਂਟ ਦੇਖ ਰਹੀ ਸੀ। ਦੇਖਣਾ ਲੁੱਕ ਐਟ, ਐਡਵਰਟਾਈਜ਼ਮੈਂਟ ਦੇਖ ਰਹੀ ਸੀ। ਵੀ ਨੀਡ ਸਮਵਨ, ਸਾਨੂੰ ਕੋਈ ਚਾਹੀਦਾ ਹੈ ਟੂ ਲੁੱਕ ਆਰ ਚਿਲਡਰਨ, ਮਤਲਬ ਕਿ ਸਾਡੇ ਬੱਚਿਆਂ ਦੀ ਦੇਖਭਾਲ ਕਰਨ ਦੇ ਲਈ। ਟੂ ਲੁੱਕ ਆਫਟਰ, ਟੂ ਲੁੱਕ ਆਫਟਰ ਆਰ ਚਿਲਡਰਨ। ਅੱਗੇ ਲੌਰਾ ਕੀ ਕਹਿ ਰਹੀ ਹੈ, ਡੂ ਯੂ ਹੈਵ ਟੂ ਪੇ ਐਨ ਆਉਪੇਅਰ, ਕੀ ਤੁਹਾਨੂੰ ਜਿਹੜੇ ਆਉਪੇਅਰ ਨੇ ਉਹਨਾਂ ਨੂੰ ਮਤਲਬ ਪੇ ਕਰਨਾ ਪੈਂਦਾ, ਮਤਲਬ ਕਿ ਉਹਨਾਂ ਨੂੰ ਪੈਸੇ ਪੂਸੇ ਦੇਣੇ ਪੈਂਦੇ ਨੇ ਤੁਹਾਨੂੰ, ਵੀ ਜਦੋਂ ਤੁਹਾਡੇ ਬੱਚਿਆਂ ਦੀ ਦੇਖਭਾਲ ਕਰਦਾ ਉਸ ਨੂੰ ਪੇ ਵੀ ਕਰਦੇ ਹੋ। ਤਾਂ ਓਲੀਵੀਆ ਕਹਿੰਦੀ ਹੈ ਆਈ ਐਮ ਨੋਟ ਸ਼ੋਰ, ਕਹਿੰਦੀ ਮੈਂ ਸ਼ੋਰ ਨਹੀਂ ਹੈਗੀ ਵੀ ਹਾਂ ਉਹਨਾਂ ਨੂੰ ਪੇ ਦੇਣੀ ਪੈਂਦੀ ਹੈ, ਜਾਂ ਮਤਲਬ ਐਵੇਂ ਹੀ ਆਪਣੇ ਘਰੇ ਉਹਨਾਂ ਨੂੰ ਖਾਣਾ ਪੀਣੇ ਤੇ ਰੱਖਣਾ ਪੈਂਦਾ। ਕਹਿੰਦੀ ਆਈ ਐਮ ਨੋਟ ਸ਼ੋਰ ਆਈ ਵਿਲ ਹੈਵ ਟੂ ਲੁੱਕ ਹਾਊ ਇਟ ਆਲ ਵਰਕਸ, ਕਹਿੰਦੀ ਮੈਨੂੰ ਨਹੀਂ ਪਤਾ। ਆਈ ਵਿਲ ਹੈਵ ਟੂ, ਕਹਿੰਦੀ ਮੈਨੂੰ ਦੇਖਣਾ ਪਏਗਾ, ਵਿਲ ਹੈਵ ਟੂ ਲੁੱਕ ਹਾਊ ਇਟ ਆਲ ਵਰਕਸ, ਕਹਿੰਦੀ ਮੈਨੂੰ ਦੇਖਣਾ ਪਏਗਾ ਕਿ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ। ਮਤਲਬ ਕਿ ਉਹ ਦੇਖੂਗੀ ਕੀ ਮਤਲਬ ਕਿ ਜਾਂਚ ਪੜਤਾਲ ਕਰੂਗੀ, ਉਹ ਜਾਂਚ ਪੜਤਾਲ ਇਨਕੁਆਇਰੀ ਕਰੂਗੀ ਕਿ ਹਾਂ ਇਹ ਕਿਵੇਂ ਕੰਮ ਕਰਦਾ ਹੈ। ਵੀ ਮਤਲਬ ਆਉਪੇਅਰ ਆਪਾਂ ਰੱਖਦੇ ਹਾਂ, ਜੇਕਰ ਉਹ ਠੀਕ ਹੈ ਜਾਂ ਨਹੀਂ ਠੀਕ ਬੱਚਿਆਂ ਦੇ ਲਈ, ਤਾਂ ਉਸ ਚੀਜ਼ ਦੀ ਕਹਿੰਦੀ ਮੈਂ ਜਾਂਚ ਪੜਤਾਲ ਹੈ ਜਿਹੜੀ ਉਹ ਕਰੂੰਗੀ। ਇਸ ਲਈ ਇੱਥੇ ਲੁੱਕ ਇਨਟੂ ਦਾ ਯੂਜ਼ ਹੋਏਗਾ। ਸੋ ਜਦੋਂ ਪੰਜਾਬੀ ਦੇ ਵਿੱਚ ਦੇਖੋ ਆਪਾਂ ਨੇ ਇਹਨਾਂ ਦੀ ਪੰਜਾਬੀ ਬਣਾਈ, ਆਈ ਹੋਪ ਕਿ ਤੁਹਾਨੂੰ ਬਿਲਕੁਲ ਕਲੀਅਰ ਸਮਝ ਆਇਆ ਹੋਵੇਗਾ ਕਿ ਕਿੱਥੇ ਕਿਸ ਦਾ ਯੂਜ਼ ਹੋਏਗਾ। ਸਭ ਤੋਂ ਪਹਿਲਾਂ ਫॉर, ਲੁਕਿੰਗ ਫॉर, ਕਿਉਂਕਿ ਉਹ ਲੱਭ ਰਹੇ ਸੀਗੇ, ਪੁੱਛ ਰਹੀ ਹੈ ਕਿ ਤੁਸੀਂ ਲੱਭ ਰਹੇ ਸੀ ਆਉਪੇਅਰ। ਉਸ ਤੋਂ ਬਾਅਦ ਕਹਿੰਦੀ ਹਾਂ, ਕਹਿੰਦੀ ਮੈਂ ਐਡਵਰਟਾਈਜ਼ਮੈਂਟ ਦੇਖ ਰਹੀ ਸੀ, ਲੁੱਕ ਐਟ ਦੇਖਣਾ ਆ ਗਿਆ। ਉਸ ਤੋਂ ਬਾਅਦ ਸਾਨੂੰ ਕਹਿੰਦੀ ਜ਼ਰੂਰਤ ਸੀ ਸਾਡੇ ਬੱਚਿਆਂ ਦੀ ਦੇਖਭਾਲ ਕਰਨ ਲਈ ਕੋਈ ਹੋਵੇ, ਤਾਂ ਲੁੱਕ ਆਫਟਰ ਆ ਗਿਆ। ਉਸ ਤੋਂ ਬਾਅਦ ਇਹ ਕਹਿ ਰਿਹਾ ਹੈ ਕਿ ਤੁਹਾਨੂੰ ਪੇ ਕਰਨਾ ਪੈਂਦਾ ਉਹਨਾਂ ਨੂੰ, ਤਾਂ ਕਹਿੰਦੀ ਮੈਂ ਸ਼ੋਰ ਨਹੀਂ ਹੈਗੀ, ਪਰ ਮੈਂ ਇਸ ਚੀਜ਼ ਦੀ ਦੇਖਭਾਲ ਮਤਲਬ ਮੈਂ ਇਸ ਚੀਜ਼ ਦੀ ਜਾਂਚ ਪੜਤਾਲ ਕਰੂੰਗੀ ਕਿ ਕਿਸ ਤਰ੍ਹਾਂ ਕੰਮ ਕਰਦਾ ਹੈ। ਤਾਂ ਕਰਕੇ ਇੱਥੇ ਲੁੱਕ ਇਨਟੂ। ਸੋ ਇਹ ਸੀ ਆਪਣੀ ਇਸ ਐਕਸਰਸਾਈਜ਼ ਦਾ ਆਪਣਾ ਪਾਰਟ ਫਸਟ। ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿੱਥੇ ਤੁਸੀਂ ਲੁੱਕ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਦਾ ਯੂਜ਼ ਕਰਨਾ ਹੈ। ਐਂਡ ਅਗੇ ਨੈਕਸਟ ਦੇਖੋ, ਇਸ ਐਕਸਰਸਾਈਜ਼ ਦਾ ਸੈਕੰਡ ਪਾਰਟ ਹੈ ਜਿਹੜਾ ਉਹ ਆਪਾਂ ਕਰਦੇ ਹਾਂ। ਇਸ ਸੈਕੰਡ ਪਾਰਟ ਦੇ ਵਿੱਚ ਦੇਖੋ ਕੀ ਕਰਨਾ ਹੈ, ਸਮ ਕਾਮਨ ਪ੍ਰੈਪੋਜੀਸ਼ਨਲ ਵਰਬਸ, ਕਾਮਨ ਜਿਹੜੀਆਂ ਪ੍ਰੈਪੋਜੀਸ਼ਨਲ ਵਰਬਸ ਨੇ ਉਹ ਆਪਾਂ ਇਸ ਦੇ ਵਿੱਚ ਪੁੱਟ ਕਰਨੀਆਂ ਨੇ। ਦੇਖੋ ਇਹ ਆਪਾਂ ਨੂੰ ਇੱਕ ਲੈਟਰ ਰਾਈਟਿੰਗ ਹੈ, ਮਤਲਬ ਕਿ ਲੈਟਰ ਲਿਖਿਆ, ਇੱਕ ਦੋਸਤ ਨੇ ਆਪਣੀ ਕਿਸੇ ਦੂਸਰੀ ਦੋਸਤ ਨੂੰ ਲੈਟਰ ਲਿਖਿਆ। ਇਸ ਦੇ ਵਿੱਚ ਆਪਾਂ ਨੂੰ ਬਲੈਂਕਸ ਨੇ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ। ਇਹਨਾਂ ਬਲੈਂਕਸ ਦੇ ਵਿੱਚ ਆਪਾਂ ਪ੍ਰੈਪੋਜੀਸ਼ਨਲ ਵਰਬਸ ਨੇ ਜਿਹੜੀਆਂ ਉਹ ਐਡ ਕਰਨੀਆਂ ਨੇ। ਕਰਨੀਆਂ ਕਿਸ ਤਰ੍ਹਾਂ ਨੇ ਦੇਖੋ, ਦਿਸ ਇਜ਼ ਅ ਪਾਰਟ ਆਫ ਲੈਟਰ, ਇੱਕ ਲੈਟਰ ਦਾ ਪਾਰਟ ਹੈ ਦੈਟ ਮੈਲਨੀ ਹੈਜ਼ ਰਿਸੀਵਡ, ਜਿਸ ਨੂੰ ਕਿ ਮੈਲਨੀ ਨੇ ਰਿਸੀਵ ਕੀਤਾ ਹੈ ਫਰੋਮ ਐਨ ਓਲਡ ਫਰੈਂਡ, ਆਪਣੇ ਇੱਕ ਓਲਡ ਫਰੈਂਡ ਤੋਂ, ਮਤਲਬ ਕਿ ਉਸਦੇ ਇੱਕ ਦੋਸਤ ਨੇ, ਪੁਰਾਣਾ ਜਿਹੜਾ ਦੋਸਤ ਹੈ ਉਸਨੇ ਲਿਖਿਆ। ਪੁੱਟ ਇਨ these verbs and add a preposition after each one, ਇਹ ਜਿਹੜੀਆਂ verbs ਨੇ ਇਹਨਾਂ ਦੇ ਵਿੱਚ ਐਡ ਕਰੋ ਬਲੈਂਕਸ ਦੇ ਵਿੱਚ, ਔਰ ਇਹਨਾਂ ਤੋਂ ਬਾਅਦ ਢੁਕਵੀਂ ਜਿਹੜੀ ਪ੍ਰੈਪੋਜੀਸ਼ਨ ਹੈ ਉਹ ਲਗਾਓ। ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਪੜਾਂਗੇ, ਪੜ੍ਹ ਕੇ ਆਪਾਂ ਨੂੰ ਸੈਂਸ ਦੇ ਮੁਤਾਬਕ ਆਪਾਂ ਨੇ ਦੇਖਣਾ ਇੱਥੇ ਕਿਹੜੀ ਵਰਬ ਆਊਗੀ ਔਰ ਉਸ ਵਰਬ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਦਾ ਆਪਾਂ ਯੂਜ਼ ਕਰਾਂਗੇ। ਹੁਣ ਇਸ ਦੇ ਵਿੱਚ ਕੀ ਹੈ, ਇਸ ਦੇ ਕੋਈ ਰੂਲਸ ਨਹੀਂ ਹੈ, ਜਿਸ ਤਰ੍ਹਾਂ ਕਿ ਆਪਾਂ ਟੈਂਸਸ ਦੇ ਹੁੰਦੇ ਨੇ, ਐਕਟਿਵ ਪੈਸਿਵ ਦੇ ਹੁੰਦੇ ਨੇ, ਰੂਲਸ ਹੁੰਦੇ ਨੇ ਕਿ ਆਪਾਂ ਰੂਲਸ ਤੁਹਾਨੂੰ ਯਾਦ ਕਰਵਾ ਦੇਵਾਂਗੇ। ਇਹ ਜਿਹੜੀਆਂ ਪ੍ਰੈਪੋਜੀਸ਼ਨਲ ਵਰਬਸ ਹੁੰਦੀਆਂ ਨੇ ਤੁਹਾਨੂੰ ਯਾਦ ਹੀ ਕਰਨੀਆਂ ਪੈਣਗੀਆਂ। ਕੁਝ ਕੁ ਵਰਬਸ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੀਆਂ ਪ੍ਰੈਪੋਜੀਸ਼ਨਸ ਹੁੰਦੀਆਂ ਨੇ ਫਿਕਸ ਹੁੰਦੀਆਂ ਨੇ, ਕੁਝ ਕੁ ਵਰਬਸ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਇੱਕ ਤੋਂ ਜ਼ਿਆਦਾ ਪ੍ਰੈਪੋਜੀਸ਼ਨਸ ਨੇ ਜਿਹੜੀਆਂ ਯੂਜ਼ ਹੋ ਸਕਦੀਆਂ ਨੇ ਔਰ ਉਹਨਾਂ ਦਾ ਅਲੱਗ-ਅਲੱਗ ਮੀਨਿੰਗ ਹੁੰਦਾ, ਜਿਸ ਤਰ੍ਹਾਂ ਕਿ ਲੁੱਕ ਦੇ ਨਾਲ ਮੈਂ ਤੁਹਾਨੂੰ ਪਿਛਲੀ ਜਿਹੜੀ ਆਪਾਂ ਨੇ ਕੀਤੀ ਐਕਸਰਸਾਈਜ਼ ਉਸ ਦੇ ਵਿੱਚ ਕਰਵਾਇਆ ਸੀ। ਦੇਖੋ ਕੁਝ ਕੁ ਕਾਮਨ ਜਿਹੜੀਆਂ ਪ੍ਰੈਪੋਜੀਸ਼ਨਲ ਵਰਬਸ ਨੇ ਤੁਸੀਂ ਨੇ ਯਾਦ ਰੱਖਣੀਆਂ, ਵੈਸੇ ਬਹੁਤ ਸਾਰੀਆਂ ਹੁੰਦੀਆਂ ਨੇ ਬਟ ਤੁਸੀਂ ਕਾਮਨ ਨੇ ਜਿਹੜੀਆਂ ਯਾਦ ਰੱਖਣੀਆਂ ਨੇ। ਜਿਸ ਤਰ੍ਹਾਂ ਕਿ ਦੇਖੋ ਅਪਲਾਈ ਫॉर, ਅਪਲਾਈ ਫॉर ਹੁੰਦਾ ਕਿਸੇ ਚੀਜ਼ ਲਈ ਅਪਲਾਈ ਕਰਨਾ, ਜਿਸ ਤਰ੍ਹਾਂ ਕਿ ਆਪਾਂ ਜੌਬ ਲਈ ਅਪਲਾਈ ਕਰਦੇ ਹਾਂ ਹਨਾ। ਪੇ ਫॉर ਹੁੰਦਾ ਹੈ ਮਤਲਬ ਕਿ ਕਿਸੇ ਨੂੰ ਪੇ ਕਰਨਾ, ਜਿਸ ਤਰ੍ਹਾਂ ਕਿ ਆਪਾਂ ਕਿਸੇ ਤੋਂ ਕੋਈ ਚੀਜ਼ ਲਈਏ ਉਸ ਨੂੰ ਉਸ ਦੇ ਬਦਲੇ ਪੇ ਕਰਨਾ।
केयर अबाउट ਹੁੰਦਾ परवाह करना मतलब जिस तरह कि आप कहिए मैं इस चीज़ की परवाह करदा या फिर आप कहिए मैं इस चीज़ की परवाह नहीं करता, मैं पैसे की परवाह नहीं करता, मैं किसी बंदे की परवाह नहीं करता, वो वाला इसका मीनिंग होंदा केयर अबाउट। और केयर फॉर का मतलब होंदा लुक आफ्टर, मतलब कि किसी की देखभाल करना। दोवां दे विच यही अंतर है। देखो जेकर आप इस तरह कहना होवे कि मैं पैसे की परवाह करता हाँ या मैं पैसे की परवाह नहीं करता, मैं किसी भी बंदे की परवाह नहीं करता या मैं किसी बंदे की परवाह मैं करदा उसकी, है ना, फिर तो आप केयर अबाउट। जेकर आप कहना होवे मतलब किसी की देखभाल करने की गल हो रही होवे, किसी की सेवा करने की गल हो रही होवे, फिर आप केयर फॉर दा यूज़ करांगे। ये तुसीं याद रखना है। अगे सफर फ्रॉम हुंदा मतलब किसी चीज़ तो मतलब दुखी होना, किसी चीज़ तो अपन सफर की हुंदा किसी चीज़ तो अपन दुख मिल रहा होवे, है ना, तो उसनूं सफर फ्रॉम। कि जिस तरह आप कहिए मैं सिर दर्द तो सफर कर रहा, सफर फ्रॉम हैडेक। इस तरह डिसाइड ऑन मतलब कि डिसाइड करना, अपना निर्णय ले लेना, है ना। कंसनट्रेट ऑन हुंदा किसी चीज़ ते फोकस करना, कंसनट्रेट करना, एकाग्रता दिखाउणी। एग्री विद किसी दे नाल एग्री होना। डिपेंड ऑन किसी ते डिपेंड होना, किसी दूसरे ते डिपेंड होना या किसी चीज़ ते डिपेंड होना, है ना। जिस तरह कि आप कहिए आप मोबाइल ते डिपेंड हो गए या फिर आप कहिए मैं अपने दोस्त ते डिपेंड हाँ, इस तरह। लिसनिंग टू किसी नूं सुनना, किसी इंसान नूं सुनना या फिर रेडियो वगैरह नूं सुनना। एक गल याद रहे आप टीवी दे लई सुनना नहीं कह सकते, है ना, टीवी दे लई सुनना, टीवी हुंदा वॉच, रेडियो दे लई हो सकता सुनना। लफ एट किसी दे उपर हसना। इस तरह दी होर भी ने बट सिर्फ ये आपां ने जो यूज़ होनियां ने अपनियां सिर्फ आपां उन्नियां ही कीतियां ने। और इस तो इलावा कुछ अपनियां कुछ वर्ब्स ने जिहड़ियां इहो जिहियां हुंदियां ने जिन्हां तो बाद प्रैपोजिशन का यूज़ नहीं हुंदा। जिस तरह कि आंसर तो बाद आप प्रैपोजिशन का यूज़ नहीं कर सकते। जिस तरह कि आप कहिए आई आंसर द फोन, मैं मतलब फोन का आंसर दिंदा हाँ, या फिर आई आंसर्ड सैकेंड फॉर्म आएगी आई आंसर्ड द फोन, मैं फोन का जवाब दिता। इत्थे आप ये नहीं कहांगे आई आंसर्ड टू द फोन, नहीं, इस नाल कोई भी प्रैपोजिशन नहीं आऊगी। इस तरह अप्रोच हुंदा है पहुंचना, पहुंच करनी। जिस तरह कि आप कहिए आई अप्रोच्ड हिम, मैं उस तक पहुंच की, आई अप्रोच्ड टू हिम, इस तरह नहीं आएगा। इसी तरह कंट्रोल, यू शुड कंट्रोल योर सेल्फ, कोई भी प्रैपोजिशन नहीं हैगी। इसी तरह ये सारियां जिहड़ियां वर्ब्स ने इन्हां तो बाद प्रैपोजिशन का यूज़ आपां नहीं करांगे। हुण देखो आपां शुरू करदे हां। आपां ने पढ़ना है और खाली थां दे विच आपां ने अंदाजा लाउणा है पंजाबी समझ के कि उपरों किहड़ी वर्ब आएगी और उस दे नाल किहड़ी प्रैपोजिशन यूज़ होएगी कि उसका मतलब की है। देखो आई एम वर्किंग, ये लैटर दे विच कह रही है आई एम वर्किंग इन अ हॉस्पिटल नाउ, मैं हुण एक हॉस्पिटल दे विच काम कर रही हाँ। आई अ नर्सेज जॉब लास्ट जुलाई, मतलब हजे कुछ नहीं अपन समझ आ रहा, अगे थोड़ा पढ़ांगे आप की कहने की कोशिश कर रही है। कहना आई अ नर्सेज जॉब लास्ट जुलाई एंड स्टार्टड इन अगस्त, मतलब कि नर्स की जॉब के लिए मैं लास्ट जुलाई अते मैं स्टार्ट करती अगस्त दे विच। हुण देखो इत्थे की हो सकता है भी नर्स की जॉब के लिए उसने जुलाई दे विच की कीता होना, केयर थोड़ी आएगा भी नर्स दे जॉब के लिए मैं लास्ट जुलाई केयर कीता सी, केयरिंग कीती सी, मैं कंसनट्रेट कीता सी या मैं डिसाइड कीता सी, पे कीता सी, सफर कीता सीगा, नहीं। इत्थे की आएगा, इत्थे आएगा अप्लाई। देखो अप्लाइड भी आई, देखो जे आप अप्लाइड का इत्थे यूज करते हैं आई अप्लाइड दे नाल देखो की आएगा अप्लाई करना, आई अप्लाइड फॉर। तो देखो इसका मीन की बन गया आई अप्लाइड फॉर अ नर्सेज जॉब, मैं नर्स की जॉब के लिए अप्लाई किया सी लास्ट जुलाई दे विच एंड स्टार्टड इन अगस्त, अते अगस्त दे विच मैं स्टार्ट करता सी अपनी जॉब। तो अप्लाई अपना ये देखो हो गया। अगे आई डोंट अर्न मच मनी, मैं ज़्यादा जी मनी है पैसा जी नहीं कमा रही मतलब कि अपनी जॉब चों। एंड आई ईवन अते इत्थों तक कि मैनू आई ईवन हैड टू माई यूनीफॉर्म आउट ऑफ माई ऑन मनी, अते मेरी अपनी मनी दे विचों मेरे अपने पैसे दे विचों मैनू यूनीफॉर्म दे लई की करना पैंदा है। हुण यूनीफॉर्म दे लई आपां की कहांगे मैनू यूनीफॉर्म दे लई एग्री होना पैंदा है, नहीं ये तो गल नहीं बनी। मैनू यूनीफॉर्म के लिए केयर होना पैंदा है, यूनीफॉर्म के लिए पुछना पैंदा है, यूनीफॉर्म के लिए कंसनट्रेट होना पैंदा है, यूनीफॉर्म के लिए डिसाइड होना पैंदा है, नहीं यूनीफॉर्म के लिए पे, देखो पे करना पैंदा है, इसकी गल बनती है। मैनू यूनीफॉर्म के लिए पे करना पैंदा है, पे फॉर किसी चीज़ लिए पे करना। तो ये कहना चाह रही है एंड आई ईवन हैड टू
ਪੇ ਫॉर ਅਤੇ ਕਹਿੰਦੀ ਮੈਨੂੰ ਆਪਣੀ ਯੂਨੀਫਾਰਮ ਦੇ ਲਈ ਵੀ ਉਸ ਦੇ ਵਿੱਚੋਂ ਵੀ ਮੈਂ ਪੈਸੇ ਬਹੁਤ ਜ਼ਿਆਦਾ ਪੈਸੇ ਮੈਂ ਨਹੀਂ ਕਮਾਉਂਦੀ ਐਂਡ ਆਈ ਈਵਨ ਹੈਡ ਟੂ ਪੇ ਮਾਈ ਯੂਨੀਫਾਰਮ ਹੈ ਨਾ ਵੀ ਯੂਨੀਫਾਰਮ ਦੇ ਲਈ ਮੈਨੂੰ ਪੇ ਕਰਨਾ ਪੈਂਦਾ ਯੂਨੀਫਾਰਮ ਦੇ ਪੈਸੇ ਵੀ ਵਿੱਚੋਂ ਦੇਣੇ ਪੈਂਦੇ ਨੇ ਆਊਟ ਆਫ ਮਾਈ ਓਨ ਮਨੀ ਆਪਣੇ ਪੈਸੇ ਦੇ ਵਿੱਚੋਂ ਹੀ ਮੈਨੂੰ ਯੂਨੀਫਾਰਮ ਦੇ ਪੈਸੇ ਦੇਣੇ ਪੈਂਦੇ ਨੇ ਤਾਂ ਇੱਥੇ ਪੇ ਹੈ ਜਿਹੜਾ ਇਹ ਵੀ ਆਪਣਾ ਦੇਖੋ ਇੱਥੇ ਆ ਗਿਆ ਅੱਗੇ ਦੇਖੋ ਪਰਹੈਪਸ ਸ਼ਾਇਦ ਸ਼ਾਇਦ ਕਹਿੰਦੀ ਆਈ ਸ਼ੁੱਡ ਅ ਪੇ ਰਾਈਜ਼ ਹੁਣ ਇੱਥੇ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਹਿੰਦੀ ਸ਼ਾਇਦ ਮੈਨੂੰ ਪੇ ਵਧਾਉਣ ਦੇ ਲਈ ਕੀ ਕਹਿਣਾ ਚਾਹੀਦਾ ਪੇ ਵਧਾਉਣ ਦੇ ਲਈ ਕੀ ਕਰਨਾ ਚਾਹੀਦਾ ਕਹਿੰਦੀ ਸ਼ਾਇਦ ਮੈਨੂੰ ਪੇ ਵਧਾਉਣ ਦੇ ਲਈ ਡੈਸ਼ ਕਹਿਣਾ ਚਾਹੀਦਾ ਮਤਲਬ ਪੇ ਵਧਾਉਣ ਦੇ ਲਈ ਕਨਸੈਂਟਰੇਟ ਹੋਣਾ ਚਾਹੀਦਾ ਪੇ ਵਧਾਉਣ ਦੇ ਲਈ ਡਿਸਾਈਡਡ ਹੋਣਾ ਚਾਹੀਦਾ ਪੇ ਵਧਾਉਣ ਦੇ ਲਈ ਸਫਰਿੰਗ ਹੋਣੀ ਚਾਹੀਦੀ ਹੈ ਜਾਂ ਫਿਰ ਪੇ ਵਧਾਉਣ ਦੇ ਲਈ ਆਸਕ ਦੇਖੋ ਆਸਕ ਵੀ ਮੈਨੂੰ ਪੇ ਵਧਾਉਣ ਦੇ ਲਈ ਕਹਿਣਾ ਚਾਹੀਦਾ ਆਸਕ ਹੁੰਦਾ ਕਹਿਣਾ ਤਾਂ ਇਸ ਲਈ ਇੱਥੇ ਆਏਗਾ ਆਸਕ ਮਤਲਬ ਮੈਨੂੰ ਪੇ ਵਧਾਉਣ ਦੇ ਲਈ ਕਹਿਣਾ ਚਾਹੀਦਾ ਇੱਥੇ ਆਸਕ ਫॉर ਆਪਾਂ ਲਿਖਿਆ ਨਹੀਂ ਹੈਗਾ ਆਸਕ ਫॉर ਆਸਕ ਦੇ ਨਾਲ ਕੀ ਲੱਗੇਗਾ ਆਸਕ ਦੇ ਨਾਲ ਲੱਗੇਗਾ ਫॉर ਆਈ ਆਸਕ ਫॉर ਅ ਪੇ ਰਾਈਜ਼ ਮਤਲਬ ਮੈਨੂੰ ਪੇ ਵਧਾਉਣ ਦੇ ਲਈ ਕਹਿਣਾ ਚਾਹੀਦਾ ਅੱਗੇ ਦੇਖੋ ਕੀ ਕਹਿ ਰਹੀ ਹੈ ਬਟ ਡੋਂਟ ਰੀਅਲੀ ਨਹੀਂ ਆਈ ਡੋਂਟ ਰੀਅਲੀ ਇੱਥੇ ਆਈ ਆਏਗਾ ਵਿੱਚੋਂ ਰਹਿ ਜਾਂਦੇ ਨੇ ਲਿਖਣਾ ਬਟ ਆਈ ਡੋਂਟ ਰੀਅਲੀ ਡੈਸ਼ ਦ ਮਨੀ ਹੁਣ ਦੇਖੋ ਪਰ ਕਹਿੰਦੀ ਮੈਂ ਪੈਸੇ ਦੀ ਨਹੀਂ ਕਰਦੀ ਮੈਂ ਪੈਸੇ ਦੀ ਕੀ ਨਹੀਂ ਕਰਦੀ ਇੱਥੇ ਕੀ ਆਏਗਾ ਮਤਲਬ ਕਿ ਮੈਂ ਪੈਸੇ ਦੀ ਆਸਕ ਦੇਖੋ ਗਿਆ ਮੈਂ ਪੈਸੇ ਦੀ ਐਗਰੀ ਨਹੀਂ ਕਰਦੀ ਮੈਂ ਪੈਸੇ ਦੀ ਕਨਸੈਂਟਰੇਟ ਨਹੀਂ ਕਰਦੀ ਮੈਂ ਪੈਸੇ ਦੀ ਡਿਸਾਈਡ ਨਹੀਂ ਕਰਦੀ ਮੈਂ ਪੈਸੇ ਦੀ ਕੇਅਰ ਦੇਖੋ ਕੇਅਰ ਆ ਸਕਦਾ ਪਰਵਾਹ ਕਰਨੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਪਰ ਮੈਂ ਪੈਸੇ ਦੀ ਪਰਵਾਹ ਨਹੀਂ ਕਰਦੀ ਕੇਅਰ ਅਬਾਊਟ ਹੁੰਦਾ ਪਰਵਾਹ ਕਰਨਾ ਤਾਂ ਇਹ ਕਹਿ ਰਹੀ ਹੈ ਬਟ ਆਈ ਡੋਂਟ ਰੀਅਲੀ ਕੇਅਰ ਅਬਾਊਟ ਆਈ ਡੋਂਟ ਰੀਅਲੀ ਕੇਅਰ ਅਬਾਊਟ ਦ ਮਨੀ ਪਰ ਮੈਂ ਪੈਸੇ ਦੀ ਕਹਿੰਦੀ ਪਰਵਾਹ ਨਹੀਂ ਕਰਦੀ ਵੀ ਮਤਲਬ ਕਿ ਮੈਨੂੰ ਪੇ ਕਰਨਾ ਪੈਂਦਾ ਯੂਨੀਫਾਰਮ ਦੇ ਲਈ ਹੈ ਨਾ ਤਾਂ ਉਸ ਤੋਂ ਬਾਅਦ ਸ਼ਾਇਦ ਕਹਿੰਦੀ ਮੈਨੂੰ ਸ਼ਾਇਦ ਆਈ ਸ਼ੁੱਡ ਆਸਕ ਫॉर ਅ ਪੇ ਰਾਈਜ਼ ਸ਼ਾਇਦ ਮੈਨੂੰ ਕਹਿੰਦੀ ਪੈਸਾ ਜਿਹੜੀ ਪੇ ਹੈ ਮੇਰੀ ਉਸ ਨੂੰ ਵਧਾਉਣ ਦੇ ਲਈ ਕਹਿਣਾ ਚਾਹੀਦਾ ਹੈ ਪਰੰਤੂ ਕਹਿੰਦੀ ਆਈ ਡੋਂਟ ਰੀਅਲੀ ਕੇਅਰ ਅਬਾਊਟ ਦ ਮਨੀ ਪਰ ਮੈਂ ਪੈਸੇ ਦੀ ਪਰਵਾਹ ਮੈਂ ਨਹੀਂ ਕਰਦੀ ਦ ਵਰਕ ਇਜ਼ ਦਾ ਇੰਪੋਰਟੈਂਟ ਕਹਿੰਦੀ ਕੰਮ ਜ਼ਰੂਰੀ ਹੈ ਦ ਵਰਕ ਇਜ਼ ਦਾ ਇੰਪੋਰਟੈਂਟ ਥਿੰਗ ਕੰਮ ਜ਼ਰੂਰੀ ਹੈ ਕਹਿੰਦੀ ਮੇਰੇ ਲਈ ਆਫ ਕੋਰਸ ਕਹਿੰਦੀ ਬਿਲਕੁਲ ਆਫ ਕੋਰਸ ਇਟ ਇਜ਼ ਵੈਰੀ ਹਾਰਡ ਵਰਕ ਇਹ ਬਹੁਤ ਜ਼ਿਆਦਾ ਹਾਰਡ ਵਰਕ ਹੈ ਦ ਪੇਸ਼ੈਂਟ ਐਂਡ ਐਟ ਦ ਮੂਮੈਂਟ ਆਈ ਐਮ ਬੈਕਐਕ ਹੁੰਦਾ ਮਤਲਬ ਕਿ ਬੈਕ ਦੇ ਵਿੱਚ ਦਰਦ ਹੋਣਾ ਹੁਣ ਦੇਖੋ ਇੱਥੇ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਦ ਵਰਕ ਇਜ਼ ਦਾ ਇੰਪੋਰਟੈਂਟ ਥਿੰਗ ਕਹਿੰਦੀ ਕੰਮ ਜ਼ਿਆਦਾ ਇੰਪੋਰਟੈਂਟ ਥਿੰਗ ਹੈ ਆਫ ਕੋਰਸ ਬਿਲਕੁਲ ਕਹਿੰਦੀ ਇਟਸ ਵੈਰੀ ਹਾਰਡ ਵਰਕ ਇਹ ਬਹੁਤ ਜ਼ਿਆਦਾ ਹਾਰਡ ਵਰਕ ਹੈ ਦ ਪੇਸ਼ੈਂਟ ਨੂੰ ਕੀ ਕਰਨਾ ਮਤਲਬ ਕਿ ਹਾਰਡ ਵਰਕ ਬਹੁਤ ਸਖਤ ਕੰਮ ਕੀ ਹੈ ਪੇਸ਼ੈਂਟ ਨੂੰ ਕੀ ਕਰਨਾ ਪੇਸ਼ੈਂਟ ਨੂੰ ਡਿਸਾਈਡਡ ਕਰਨਾ ਪੇਸ਼ੈਂਟ ਨੂੰ ਸਫਰ ਕਰਨਾ ਜਾਂ ਫਿਰ ਪੇਸ਼ੈਂਟ ਨੂੰ ਕਨਸੈਂਟਰੇਟ ਕਰਨਾ ਜਾਂ ਫਿਰ ਪੇਸ਼ੈਂਟ ਨੂੰ ਕੇਅਰਿੰਗ ਦੇਖੋ ਕੇਅਰਿੰਗ ਕਿਉਂਕਿ ਕੇਅਰਿੰਗ ਫॉर ਆਪਾਂ ਕਿਹਾ ਕਿਸੇ ਦੀ ਦੇਖਭਾਲ ਕਰਨਾ ਕਹਿੰਦੀ ਇਹ ਬਹੁਤ ਜ਼ਿਆਦਾ ਹਾਰਡ ਕੰਮ ਹੈ ਪੇਸ਼ੈਂਟਸ ਦੀ ਦੇਖਭਾਲ ਕਰਨਾ ਮਤਲਬ ਉਹਨਾਂ ਨੂੰ ਲੁੱਕ ਆਫਟਰ ਕਰਨਾ ਤਾਂ ਇਸ ਲਈ ਕੇਅਰਿੰਗ ਫॉर ਇੱਥੇ ਕੇਅਰਿੰਗ ਫॉर ਆਏਗਾ ਕੇਅਰਿੰਗ ਦੇ ਨਾਲ ਫॉर ਕਿਉਂਕਿ ਕੇਅਰ ਫॉर ਹੁੰਦਾ ਹੈ ਕਿਸੇ ਦੀ ਦੇਖਭਾਲ ਕਰਨਾ ਇਟਸ ਵੈਰੀ ਹਾਰਡ ਵਰਕ ਕੇਅਰਿੰਗ ਫॉर ਦ ਪੇਸ਼ੈਂਟ ਦੀ ਕੇਅਰ ਕਰਨਾ ਬਹੁਤ ਜ਼ਿਆਦਾ ਹਾਰਡ ਵਰਕ ਹੈ ਐਂਡ ਐਟ ਦ ਮੂਮੈਂਟ ਅਤੇ ਐਟ ਦ ਮੂਮੈਂਟ ਇਸ ਵਕਤ ਆਈ ਐਮ ਬੈਕਏਕ ਹੁੰਦਾ ਦਰਦ ਹੋਣਾ ਕਹਿਣ ਦਾ ਮਤਲਬ ਕਹਿ ਰਹੀ ਹੈ ਕਿ ਇਸ ਵਕਤ ਮੈਨੂੰ ਦਰਦ ਵੀ ਹੋ ਰਿਹਾ ਮਤਲਬ ਉਸ ਨਾਲ ਇਸ ਨੂੰ ਬਹੁਤ ਪੀੜਾ ਹੋ ਰਹੀ ਹੈ ਸਫਰਿੰਗ ਦੇਖੋ ਸਫਰਿੰਗ ਹੁੰਦੀ ਹੈ ਦਰਦ ਹੋਣਾ ਤਾਂ ਸਫਰ ਦੇ ਨਾਲ ਸਫਰ ਫਰੋਮ ਵੀ ਮੈਂ ਦਰਦ ਤੋਂ ਬਹੁਤ ਜ਼ਿਆਦਾ ਪੀੜਿਤ ਹਾਂ ਤਾਂ ਸਫਰਿੰਗ ਫਰੋਮ ਤਾਂ ਕਹਿ ਰਹੀ ਹੈ ਕਿ ਐਟ ਦਾ ਮੂਮੈਂਟ ਆਈ ਐਮ ਸਫਰਿੰਗ ਫਰੋਮ ਬੈਕ ਵੀ ਮੈਨੂੰ ਢੂਹੀ ਦਾ ਦਰਦ ਹੋ ਰਿਹਾ ਢੂਹੀ ਦੇ ਦਰਦ ਤੋਂ ਮੈਂ ਪਰੇਸ਼ਾਨ ਹਾਂ ਇਸ ਵਕਤ ਤਾਂ ਸਫਰਿੰਗ ਹੈ ਜਿਹੜਾ ਇਹ ਆਪਣਾ ਸਫਰਿੰਗ ਹੋ ਗਿਆ ਅੱਗੇ ਕੀ ਕਹਿ ਰਹੀ ਹੈ ਬਟ ਆਈ ਨਿਊ ਪਰ ਕਹਿੰਦੀ ਮੈਂ ਜਾਣਦੀ ਸੀ ਬਟ ਆਈ ਨਿਊ ਇਟ ਵੁੱਡ ਬੀ ਲਾਈਕ ਦਿਸ ਪਰ ਕਹਿੰਦੀ ਮੈਂ ਜਾਣਦੀ ਸੀ ਕਿ ਅਜਿਹਾ ਹੀ ਹੋਵੇਗਾ ਮਤਲਬ ਕਿ ਆਪਣੇ ਕੰਮ ਬਾਰੇ ਮੈਨੂੰ ਪਤਾ ਸੀ ਕਿ ਐਵੇਂ ਹੀ ਹੋਵੇਗਾ ਵੈਨ ਆਈ
कैरियर इन नर्सिंग, मतलब कि जदों मैं नर्सिंग का कैरियर है जिहड़ा वो मतलब कि उसनूं चुनिया सीगा। चुनिया मतलब इत्थे सिलेक्ट तो है नहीं, मतलब इत्थे हैगा डिसाइड भी जदों मैं डिसाइड कीता सी, जदों मैं नर्सिंग का कैरियर डिसाइड किया, डिसाइड दे नाल ऑन, डिसाइड ऑन तो डिसाइडेड है तो डिसाइडेड ऑन तो इत्थे आएगा डिसाइडेड ऑन तो की बन गया बट आई न्यू इट, पर मैं ये जानती सी इट वुड बी लाइक दिस, जिहा ही होगा वैन आई डिसाइडेड ऑन अ कैरियर इन नर्स। पर मैनू पता सी जो मैं नर्स का कैरियर चुनिया सीगा, डिसाइड किया सी कि अजिहा ही होगा, इस दे विच मैनू थोड़ी बहुती सफरिंग है जी वो करनी पेगी। अगे की कह रही है आई जस्ट ट्राई टू फॉरगेट ऑल द प्रॉब्लम्स, कहनी मैं सारिया ही प्रॉब्लम्स ने जिहड़ियां उन्हां नूं भुल्लण दी कोशिश कर रही हाँ। एंड द जॉब अते अपनी जॉब ते की करन दी कोशिश भी प्रॉब्लम्स ने जिहड़ियां सारियां उन्हां नूं भुल्लण दी कोशिश कर रही हाँ अते अपनी जॉब ते की करन दी कोशिश कर रही हाँ, एग्री करन दी या फिर कंसनट्रेट ते अपनी जॉब ते कहनी मैं कंसनट्रेट करन दी कोशिश कर रही हाँ, कंसनट्रेट दे नाल ऑन तो इत्थे आएगा कॉन्सनट्रेट ऑन तो अपनी जॉब के उपर कॉन्सनट्रेट करने की कोशिश कर रही हैं, सारी चीज़ां भुल के। आई थिंक इट्स अ वर्थवाइल थिंग, अते मेरे हिसाब नाल ये बहुत वधिया गल हैगी टू डू, ये काम करना। एंड आई एम श्योर अते मैं श्योर हाँ यू मी मतलब कि एग्री रह कि तुसीं मेरे नाल सहमत होंगे मेरी इस गल दे विच, एग्री दे नाल विद, एग्री विद ते मैं श्योर है कहनी तुसीं मेरे नाल बिल्कुल एग्री होवोगे। देखो जिहड़ियां ये अपनियां प्रैपोजिशनल वर्ब्स हुंदियां ने इन्हां नूं सिर्फ तुसीं ने याद करना है, इस तो इलावा होर भी बहुत सारियां ने जिहड़ी अपनी ऑक्सफोर्ड जिहड़ी अपनी ग्रामर है उसकी लैफ्ट साइड ने वो बहुत सारियां लिखियां हुई ने और वो सारे तुसीं ने याद रखनियां ने, एक पेज के उपर लिख के उन्हां नूं चंगी तरह याद कर लेना। एग्जाम्स दे विच तुसीं आसानी दे नाल तुहानूं पता चल जाएगा कित्थे किहड़ी आएगी, क्योंकि उत्थे ऑप्शन ने जिहड़े वो इन्ने ज़्यादा नहीं होणगे, जेकर ऑप्शन होणगे भी तां एक दो होणगे या फिर दो तीन होंगे, उन्होंने विचों आसानी दे नाल तुसीं प्रैपोजिशन ने जिहड़ियां वो पहचान उन्हां दी कर लवोगे। सो ये सी अपनी इस एक्सरसाइज का अपना पार्ट सैकेंड। एंड अगे नैक्सट देखो इस एक्सरसाइज का आपां लास्ट पार्ट है जिहड़ा वो करांगे, थर्ड पार्ट नहीं करना, थर्ड दे विच भी सेम ही जिहड़ी अपनी प्रैपोजिशनल वर्ब्स ने तुसीं ने उही याद रखणियां ने, उस तरह आउणगियां। सो इस दे विच देखो इस दे विच थोड़ा डिफरेंस है उन्हां नालों। देखो चौथे दे विच आपां ने की करना है अबाउट ऑफ एंड टू, मतलब जिहड़ियां ये अपनी प्रैपोजिशनस ने इन्हां दा यूज़ करना है आपां ने ब्लैंक्स दे विच। ब्लैंक्स तो पहलां जिहड़ियां वर्ब्स ने इन्हां ने वो दित्तियां होईयां ने और उन्हां वर्ब्स तो बाद आपां ने देखना है अबाउट ऑफ ते टू तो बाद आपां किस दा यूज़ करना है। वो करना किस तरह देखो याद रखना है तुसीं ने कुछ रूल्स ने लिख लेना है नोटबुक के उपर। सब तो पहलां याद रखना है ड्रीम, थिंक, हीयर, कंप्लेन, लर्न, इन्हां तो बाद आप अबाउट का यूज़ कर सकते हैं। तुसीं अपनी ऑक्सफोर्ड के उपर देख सकते हो इस तरह दी होर भी उन्होंने कई दित्तियां ने, मैं सिर्फ कुछ लिखियां ने जो आपां नूं यूज़ होणगियां। इन्हां तो बाद आपां अबाउट का यूज़ है जिहड़ा वो कर सकते हैं। हुण देखो ड्रीम अबाउट, थिंक अबाउट, हीयर अबाउट इस तरह, बट आपां ड्रीम, थिंक अते हीयर दे नाल ऑफ दा यूज़ भी आपां कर सकते हैं और मीनिंग दे विच डिफरेंस हुंदा। देखो की डिफरेंस है, जेकर आपां ड्रीम अबाउट कहने आ तो ड्रीम अबाउट का मतलब हुंदा है रियल ड्रीम वाइल वी असलीप, मतलब जदों असीं सुत्ते पे हुंदे आ असीं अपने उस सपने के बारे गल करदे आ तां आपां ड्रीम अबाउट का आपां यूज़ करांगे। बट ड्रीम ऑफ का आपां यूज़ करांगे अ नीड, डिज़ायर, वांट। इन्हां दा मतलब की है मैं समझाउणा। ड्रीम ऑफ का मतलब उदों हुंदा जदों अपना जिहड़ा सपना हुंदा खुलियां अखां नाल आपां सपना देखदे हां। जिस तरह कि कई बार आपां देखदे हां कई इंसानां नूं कहंदे ने कि मेरा सपना मैं डॉक्टर बना, है ना, मेरा डॉक्टर बनने का सपना है, मेरा है ना मेरा या टीचर बनने का सपना है। मतलब जिहड़े इस तरह के सपने हुंदे ने आपां चाहुंदे हां, अपनी नीड हुंदी है, जरूरत हुंदी है, अपनी डिज़ायर हुंदी है, जिहड़े वो सपने हुंदे ने वो आपां ड्रीम ऑफ दे नाल कहांगे। और जिहड़े सुत्ते पए सचमुच आपां रियल अपने सपने हुंदे ने वो उन्हां दे नाल आपां ड्रीम अबाउट का यूज़ करांगे। ये तुसीं लिख लेना। अगे थिंक अबाउट अते थिंक ऑफ दे विच की फर्क है देखो। थिंक अबाउट का यूज़ आपां करांगे टू डिसाइड विच दे प्रीफर,
ਥਿੰਕ ਅਬਾਊਟ ਦਾ ਯੂਜ਼ ਆਪਾਂ ਉਦੋਂ ਕਰਦਾ ਜਦੋਂ ਆਪਾਂ ਕੁਝ ਸੋਚਦੇ ਹਾਂ, ਡਿਸਾਈਡ ਕਰਦੇ ਹਾਂ ਕਿਸੇ ਬਾਰੇ। ਮੰਨ ਲਓ ਆਪਾਂ ਨੂੰ ਕਿਸੇ ਨੇ ਕੁਝ ਆਫਰ ਕਰਤਾ, ਆਪਾਂ ਨੂੰ ਕਿਸੇ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਜੌਬ ਆਫਰ ਕਰਦਾ, ਤਾਂ ਆਪਾਂ ਉਸ ਨੂੰ ਕਹੀਏ ਮੈਂ ਇਸ ਬਾਰੇ ਸੋਚ ਕੇ ਦੱਸੂਗਾ, ਤਾਂ ਉਦੋਂ ਆਪਾਂ ਉਹ ਸੋਚਣਾ ਜਿਹੜਾ ਥਿੰਕ ਅਬਾਊਟ, ਤਾਂ ਥਿੰਕ ਅਬਾਊਟ ਦਾ ਆਪਾਂ ਯੂਜ਼ ਕਰਾਂਗੇ। ਜਾਂ ਫਿਰ ਆਪਾਂ ਕੋਈ ਮਤਲਬ ਕੰਮ ਕਰ ਰਹੇ ਹਾਂ, ਕੋਈ ਪ੍ਰੋਜੈਕਟ ਬਣਾ ਰਹੇ ਹਾਂ, ਉਸ ਦੇ ਬਾਰੇ ਆਪਾਂ ਸੋਚੀਏ ਕਿ ਇਹ ਕਿਸ ਤਰ੍ਹਾਂ ਬਣੂਗਾ, ਇਹਨੂੰ ਕਿਸ ਤਰ੍ਹਾਂ ਬਣਾਈਏ, ਤਾਂ ਥਿੰਕ ਅਬਾਊਟ ਦਾ ਯੂਜ਼ ਕਰਨਾ ਹੈ। ਥਿੰਕ ਆਫ ਦਾ ਯੂਜ਼ ਕਰਨਾ ਹੈ ਟੂ ਰਿਕॉलिंग ਫਰੋਮ ਮੈਮਰੀ, ਜਦੋਂ ਆਪਣੀ ਮੈਮਰੀ ਦੇ ਵਿੱਚੋਂ ਆਪਾਂ ਕੁਝ ਯਾਦ ਕਰਦੇ ਹਾਂ ਉਦੋਂ ਥਿੰਕ ਆਫ ਦਾ ਯੂਜ਼ ਕਰਨਾ ਹੈ। ਮੰਨ ਲਓ ਆਪਾਂ ਨੂੰ ਕੋਈ ਰਸਤੇ ਦੇ ਵਿੱਚ ਆਪਾਂ ਜਾ ਰਹੇ ਹਾਂ, ਆਪਾਂ ਨੂੰ ਕੋਈ ਇਨਸਾਨ ਹੈ ਜਿਹੜਾ ਉਹ ਦਿਖਿਆ ਔਰ ਆਪਾਂ ਨੂੰ ਉਸ ਦੀ ਸ਼ਕਲ ਹੈ ਜਿਹੜੀ ਉਹ ਥੋੜੀ ਜਾਣੀ ਪਹਿਚਾਣੀ ਲੱਗੀ, ਔਰ ਜਦੋਂ ਆਪਾਂ ਉਦੋਂ ਸੋਚਦੇ ਹਾਂ ਤਾਂ ਥਿੰਕ ਆਫ, ਆਪਾਂ ਆਪਣੀ ਮੈਮਰੀ ਦੇ ਵਿੱਚੋਂ ਆਪਾਂ ਰਿਕਾਲ ਕਰ ਰਹੇ ਹਾਂ ਕਿ ਯਾਰ ਇਹ ਕੌਣ ਸੀਗਾ, ਮੈਂ ਇਸ ਨੂੰ ਜਾਣਦਾ ਸ਼ਾਇਦ, ਤਾਂ ਉੱਥੇ ਥਿੰਕ ਆਫ। ਔਰ ਥਿੰਕ ਅਬਾਊਟ ਜਦੋਂ ਆਪਾਂ ਕੁਝ ਡਿਸਾਈਡ ਕਰਨ ਦੇ ਲਈ ਸੋਚਣਾ ਹੈ, ਜਾਂ ਫਿਰ ਕੁਝ ਆਪਣੇ ਕੰਮ ਹੈ ਜਿਹੜਾ ਕਰ ਰਹੇ ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ। ਦੇਖੋ ਆਈ ਥਿੰਕ ਸਮਝ ਆ ਗਈ। ਹੀਅਰ ਅਬਾਊਟ ਅਤੇ ਹੀਅਰ ਆਫ, ਦੇਖੋ ਹੀਅਰ ਅਬਾਊਟ ਦਾ ਮਤਲਬ ਹੁੰਦਾ ਹੈ ਟੂ ਗੇਨ ਨੌਲੇਜ ਅਬਾਊਟ ਸਮਥਿੰਗ, ਕਿਸੇ ਚੀਜ਼ ਬਾਰੇ ਨੌਲੇਜ ਹੋਣੀ, ਨਿਊਜ਼ ਹੋਣੀ, ਆਪਾਂ ਨੂੰ ਖਬਰ ਹੋਣੀ ਕਿਸੇ ਚੀਜ਼ ਬਾਰੇ। ਜਿਸ ਤਰ੍ਹਾਂ ਕਿ ਆਪਣੇ ਤੋਂ ਕੋਈ ਪੁੱਛੇ ਕਿ ਤੁਹਾਨੂੰ ਮੰਨ ਲਓ ਜਿਸ ਤਰ੍ਹਾਂ ਕਿ ਸਿੱਧੂ ਮੂਸੇਵਾਲੇ ਦੀ ਡੈਥ ਹੋ ਗਈ ਹੈ ਨਾ, ਆਪਾਂ ਕਹੀਏ ਤੁਹਾਨੂੰ ਇਸ ਚੀਜ਼ ਦੀ ਮਤਲਬ ਸੁਣਿਆ ਤੁਸੀਂ ਨੇ, ਤੁਹਾਨੂੰ ਖਬਰ ਹੈ ਇਸ ਚੀਜ਼ ਦੀ, ਨੌਲੇਜ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਹੋ ਗਈ, ਤਾਂ ਹੀਅਰ ਅਬਾਊਟ। ਔਰ ਹੀਅਰ ਆਫ ਦਾ ਯੂਜ਼ ਆਪਾਂ ਕਰਦੇ ਹਾਂ ਟੂ ਬਿਕਮ ਅਵੇਅਰ ਆਫ ਸਮਬਡੀ ਜਾਂ ਸਮਥਿੰਗ ਐਗਜ਼ਿਸਟੈਂਸ, ਕਿਸੇ ਦੀ ਹੋਂਦ। ਆਪਾਂ ਨੂੰ ਕੋਈ ਕਹੇ, ਕੋਈ ਮੰਨ ਲਓ ਕਿ ਤੁਹਾਨੂੰ ਪਤਾ ਹੈ, ਤੁਸੀਂ ਨੇ ਮੇਰੀ ਦੁਕਾਨ ਦੇ ਬਾਰੇ ਸੁਣਿਆ, ਮੇਰੀ ਦੁਕਾਨ ਕਿੱਥੇ ਹੈ, ਮੇਰੀ ਦੁਕਾਨ ਕਿੱਥੇ ਹੈ, ਤਾਂ ਉੱਥੇ ਹੀਅਰ ਆਫ, ਕਿ ਤੁਹਾਨੂੰ ਪਤਾ ਮੇਰੀ ਦੁਕਾਨ ਕਿਹੜੀ ਜਗ੍ਹਾ ਤੇ ਹੈ, ਤਾਂ ਉੱਥੇ ਆਪਾਂ ਹੀਅਰ ਆਫ ਦਾ ਯੂਜ਼ ਕਰਦੇ ਹਾਂ। ਇਸ ਤੋਂ ਅੱਗੇ ਦੇਖੋ ਦੋ, ਇਹ ਪੜ੍ਹੋ ਆਪਣੇ ਰੂਲਸ ਦੋ ਦੇ ਕੀ ਨੇ। ਵੀ ਡੂ ਨਾਟ ਯੂਜ਼ ਅਬਾਊਟ, ਅਸੀਂ ਅਬਾਊਟ ਦਾ ਯੂਜ਼ ਨਹੀਂ ਕਰਦੇ ਆਫਟਰ ਡਿਸਕਸ, ਡਿਸਕਸ ਤੋਂ ਬਾਅਦ ਆਪਾਂ ਅਬਾਊਟ ਦਾ ਯੂਜ਼ ਨਹੀਂ ਕਰਦੇ। ਜੇਕਰ ਆਪਾਂ ਕਹੀਏ ਆਈ ਡਿਸਕਸਡ ਦ ਪ੍ਰੋਬਲਮ, ਆਪਾਂ ਇਹ ਨਹੀਂ ਕਹਾਂਗੇ ਆਈ ਡਿਸਕਸਡ ਅਬਾਊਟ ਦ ਪ੍ਰੋਬਲਮ, ਕਿ ਅਸੀਂ ਪ੍ਰੋਬਲਮ ਦੇ ਬਾਰੇ ਡਿਸਕਸ ਕੀਤਾ, ਨਹੀਂ, ਵੀ ਡਿਸਕਸਡ ਦ ਪ੍ਰੋਬਲਮ। ਅੱਗੇ ਲਾਸਟ ਜਿਹੜੇ ਇਹ ਆਪਣੀਆਂ ਵਰਬਸ ਨੇ, ਅਪੋਲੋਜਾਈਜ਼, ਕੰਪਲੇਨ, ਟਾਕ, ਰਾਈਟ, ਇਹਨਾਂ ਤੋਂ ਬਾਅਦ ਆਪਾਂ ਟੂ ਦਾ ਯੂਜ਼ ਉਦੋਂ ਕਰਾਂਗੇ ਜਦੋਂ ਉਸ ਤੋਂ ਬਾਅਦ ਕੋਈ ਪਰਸਨ ਹੋਵੇ, ਮਤਲਬ ਕਿ ਇਹ ਵਰਬ ਹੋਵੇ ਕੋਈ ਵੀ, ਖਾਲੀ ਥਾਂ ਤੋਂ ਪਹਿਲਾਂ ਇਹਨਾਂ 'ਚ ਕੋਈ ਵਰਬ ਹੋਵੇ, ਔਰ ਖਾਲੀ ਥਾਂ ਤੋਂ ਬਾਅਦ ਇੱਥੇ ਕੋਈ ਪਰਸਨ ਹੋਵੇ, ਪਰਸਨ, ਤਾਂ ਉਦੋਂ ਆਪਾਂ ਇੱਥੇ ਖਾਲੀ ਥਾਂ ਦੇ ਵਿੱਚ ਟੂ ਦਾ ਯੂਜ਼ ਆ ਜਿਹੜਾ ਉਹ ਆਪਾਂ ਕਰਾਂਗੇ। ਦੇਖੋ ਸਿੰਪਲ ਹੈ, ਹੁਣ ਆਪਾਂ ਸ਼ੁਰੂ ਕਰਦੇ ਹਾਂ। ਡੇਵਿਡ, ਸਭ ਤੋਂ ਪਹਿਲਾਂ ਡੇਵਿਡ ਬੋਲ ਰਿਹਾ, ਆਪਾਂ ਨੇ ਕਨਵਰਸੇਸ਼ਨ ਜਿਹੜੀ ਕੰਪਲੀਟ ਕਰਨੀ ਹੈ ਇਹ ਅਬਾਊਟ ਆਫ ਤੇ ਟੂ ਲਗਾ ਕੇ। ਡੇਵਿਡ ਕੀ ਕਹਿ ਰਿਹਾ ਸਭ ਤੋਂ ਪਹਿਲਾਂ, ਡਿਡ ਯੂ ਹੀਅਰ ਅਬਾਊਟ ਮਾਈ ਐਕਸਪੀਰੀਅੰਸ ਐਟ ਦ ਕੁਇਕ ਬਰਗਰ ਕੈਫੇ। ਡੇਵਿਡ ਕਹਿ ਰਿਹਾ ਆਪਣੇ ਦੋਸਤ ਨੂੰ, ਹੈਰੀਟ ਨੂੰ, ਕਿ ਤੂੰ ਮੇਰਾ ਐਕਸਪੀਰੀਅੰਸ ਹੈ ਜਿਹੜਾ ਕੁਇਕ ਬਰਗਰ ਦੇ ਵਿੱਚ, ਕੀ ਉਸ ਦੇ ਬਾਰੇ ਤੂੰ ਸੁਣਿਆ, ਮਤਲਬ ਤੈਨੂੰ ਖਬਰ ਹੈਗੀ ਹੈ, ਨਿਊਜ਼ ਹੈਗੀ ਹੈ, ਇਸ ਲਈ ਹੀਅਰ ਅਬਾਊਟ ਦਾ ਯੂਜ਼ ਕੀਤਾ। ਹੀਅਰ ਅਬਾਊਟ ਮਤਲਬ ਕਿ ਨੌਲੇਜ, ਵੀ ਤੈਨੂੰ ਨੌਲੇਜ ਹੈਗੀ ਹੈ, ਤੂੰ ਸੁਣਿਆ ਵੀ ਇੱਥੇ ਮੇਰੇ ਨਾਲ ਕੀ ਬਣਿਆ ਕੁਇਕ ਬਰਗਰ ਕੈਫੇ ਦੇ ਵਿੱਚ। ਤਾਂ ਹੈਰਿਟ ਕਹਿ ਰਿਹਾ ਨੋ, ਕਹਿੰਦਾ ਮੈਨੂੰ ਨਹੀਂ ਪਤਾ। ਐਂਡ ਆਈ ਹੈਵ ਨੈਵਰ ਹੀਅਰ ਆਫ, ਇੱਥੇ ਹੀਅਰ ਆਫ ਹੈ ਦੇਖੋ, ਐਂਡ ਆਈ ਹੈਵ ਨੈਵਰ ਹੀਅਰ ਆਫ ਦਾ ਕੁਇਕ ਬਰਗਰ ਕੈਫੇ, ਕਹਿੰਦਾ ਤੇ ਮੈਨੂੰ ਕੀ ਕੁਇਕ ਬਰਗਰ ਕੈਫੇ ਦੇ ਬਾਰੇ ਮੈਂ ਕਦੇ ਨਹੀਂ ਸੁਣਿਆ, ਮਤਲਬ ਕਿ ਮੈਨੂੰ ਨਹੀਂ ਪਤਾ ਕੁਇਕ ਬਰਗਰ ਕੈਫੇ ਜਿਹੜਾ ਉਹ ਕਿੱਥੇ ਹੈ। ਹੁਣ ਇੱਥੇ ਐਗਜ਼ਿਸਟੈਂਸ, ਉਸ ਦੀ ਐਗਜ਼ਿਸਟੈਂਸ ਦੇ ਬਾਰੇ ਗੱਲ ਕਰ ਰਿਹਾ ਹੀਅਰ ਆਫ, ਕਿ ਮੈਨੂੰ ਪਤਾ ਹੀ ਨਹੀਂ ਹੈਗਾ ਕੁਇਕ ਬਰਗਰ ਕੈਫੇ ਕਿੱਥੇ ਹੈ, ਤਾਂ ਕਰਕੇ ਅੱਗੇ ਫਿਰ ਡੇਵਿਡ ਕਹਿ ਰਿਹਾ ਉਹ ਇਟਸ ਨੀਅਰ ਦਾ ਸਟੇਸ਼ਨ। ਦੇਖੋ ਉਸ ਨੂੰ ਦੱਸ ਰਿਹਾ ਹੁਣ ਇਹ ਕਿ ਇਹ ਨੀਅਰ ਦਾ ਸਟੇਸ਼ਨ ਹੈ, ਸਟੇਸ਼ਨ ਦੇ ਪਾਸ ਹੈ, ਮਤਲਬ ਕਿ ਉਸ ਨੂੰ ਨਹੀਂ ਪਤਾ ਸੀ, ਇਸ ਕਰਕੇ ਹੀਅਰ ਆਫ। ਇੱਥੇ ਨਿਊਜ਼ ਦੀ ਗੱਲ ਚੱਲ ਰਹੀ ਸੀ ਕਿ ਤੁਹਾਨੂੰ ਨੌਲੇਜ ਹੈ ਮੇਰੇ ਨਾਲ ਕੀ ਬਣਿਆ। ਹੁਣ ਦੇਖੋ ਨੀਅਰ ਦਾ ਸਟੇਸ਼ਨ ਹੈ, ਕਹਿੰਦੇ ਆਈ ਵਾਜ਼ ਜਸਟ ਟਾਕਿੰਗ ਮੈਲਨੀ, ਮੈਂ ਕਹਿੰਦੇ ਮੈਲਨੀ ਦੇ ਨਾਲ ਗੱਲ ਕਰ ਰਿਹਾ ਸੀ ਅਬਾਊਟ ਇਟ, ਇਸ ਦੇ ਬਾਰੇ, ਮਤਲਬ ਕਿ ਬਰਗਰ ਕੈਫੇ ਦੇ ਬਾਰੇ। ਹੁਣ ਦੇਖੋ ਇੱਥੇ ਆ ਗਿਆ ਟਾਕਿੰਗ, ਟਾਕਿੰਗ ਦੇਖੋ ਇਹ ਆ ਗਿਆ ਟਾਕ, ਔਰ ਟਾਕ ਤੋਂ ਬਾਅਦ ਖਾਲੀ ਥਾਂ ਤੋਂ ਬਾਅਦ ਇੱਥੇ ਮੈਲਨੀ ਪਰਸਨ ਆ ਗਿਆ, ਤਾਂ ਕਰਕੇ ਇੱਥੇ ਆਪਾਂ ਟੂ ਦਾ ਯੂਜ਼ ਕਰਾਂਗੇ। ਆਈ ਵਾਜ਼ ਜਸਟ ਟਾਕਿੰਗ ਟੂ ਮੈਲਨੀ ਅਬਾਊਟ ਇਟ, ਮੈਂ ਇਸ ਬਾਰੇ ਮੈਲਨੀ ਦੇ ਨਾਲ ਗੱਲ ਕਰ ਰਿਹਾ ਸੀ। ਦੇ ਟੁੱਕ ਐਟ ਲੀਸਟ 20 ਮਿੰਟਸ ਟੂ ਬ੍ਰਿੰਗ ਮੀ ਅ ਬਰਗਰ, ਉਹਨਾਂ ਨੇ ਘੱਟੋ ਘੱਟ 20 ਮਿੰਟ ਲਾਤੇ ਕਹਿੰਦਾ ਮੈਨੂੰ ਬਰਗਰ ਲਿਆਉਣ ਦੇ ਵਿੱਚ। ਆਈ ਡੋਂਟ ਕਾਲ ਦੈਟ ਕੁਇਕ, ਮੈਂ ਉਹਨਾਂ ਨੂੰ ਮਤਲਬ ਕਾਲ ਨਹੀਂ ਕੀਤੀ ਵੀ ਕਿ ਕੁਇਕ ਵੀ ਜਲਦੀ ਕਰੋ, ਮੈਂ ਇਸ ਤਰ੍ਹਾਂ ਕਾਲ ਨਹੀਂ ਕੀਤੀ। ਆਈ ਕੰਪਲੇਨਡ, ਮੈਂ ਕਹਿੰਦਾ ਕੰਪਲੇਨ ਕਰਤੀ, ਦੇਖੋ ਕੰਪਲੇਨ ਵਰਬ ਹੈ, ਮੈਂ ਕੰਪਲੇਨ ਕਰਤੀ, ਖਾਲੀ ਥਾਂ ਹੈ, ਉਸ ਤੋਂ ਬਾਅਦ ਕਿਸ ਨੂੰ ਕੰਪਲੇਨ ਕਰੀ, ਦ ਵੇਟਰਸ, ਇਹ ਦੇਖੋ ਪਰਸਨ ਆ ਗਿਆ ਵੇਟਰਸ, ਤਾਂ ਕਰਕੇ ਟੂ। ਆਈ ਕੰਪਲੇਨਡ ਦ ਵੇਟਰਸ
एंड शी पोर्ड, पोर्ड हुंदा है मतलब कि उल्टा देना, मतलब कि डोल देना। शी पोर्ड अ केन ऑफ कोला ओवर मी, मतलब उसने मेरे उपर जिहड़ा केन है कोला का, मतलब कि कोल्ड ड्रिंक का कह लो चलो तुसीं, वो मेरे उपर उसने उल्टाता। तो हैरिट कहना रियली सचमुच, शी मस्ट हैव हैड अ बैड डे, फिर तो कहना उसका दिन बहुत ज़्यादा बुरा गया होना। तो डेविड अगों कहना द मैनेजर वॉज नॉट देयर, जो मैनेजर है कहना उत्थे नहीं सीगा, सो आई हैव रिटन, तो इसलिए कहना मैं लिखती है ना, आई हैव रिटन हिम टू कंप्लेन, इसलिए कहना मैं उसनूं कंप्लेन लिख के करती। देखो रिटन रिटन उस तो बाद खाली थां तो बाद हिम, एक परसन की गल हो रही है, तां करके टू। आई हैव रिटन टू हिम, मैं कहना उसनूं लिख चुकिया, टू कंप्लेन मैं उसनूं कंप्लेन लिखती मैनेजर नूं, है ना। उस तो बाद डैथ आ गया, अपना डैश आ गई, कंप्लेन द सर्विस, भी मतलब सर्विस के बारे में कंप्लेन उसनूं करती। देखो सर्विस, सर्विस तो बाद आप अबाउट का यूज़ करांगे, इत्थे आपां नहीं लिखी सर्विस, कंप्लेन सॉरी इत्थे कंप्लेन है, ये देखो कंप्लेन, कंप्लेन तो बाद आप अबाउट का यूज़ करांगे। कहना आई हैव रिटन टू हिम, मैं उसनूं लिख चुकिया, टू कंप्लेन अबाउट द सर्विस, अबाउट द सर्विस, भी थोड़ी सर्विस है जी बहुत माड़ी है, उस बारे में उसने कंप्लेन करती लिख के। आई वॉज टैरीबल, है ना, इट वॉज टैरीबल, ये बहुत बुरा सी, कहना बहुत बुरा एक्सपीरियंस सी। आई वुडंट गो देयर इफ आई वर यू, कहना जेकर मैं तेरी जगह पर होवां मैं तो हुण उत्थे कदे भी ना जावां। तो हैरिट कह रहा है आई वुडंट ड्रीम गोइंग देयर, मैं भी कहना उत्थे जाण दा कदे सुपना नहीं देखूंगा। हुण देखो ड्रीम अबाउट ते ड्रीम ऑफ, इत्थे किहड़े सुपने की गल कर रहे हैं। ड्रीम अबाउट तो हुंदा रियल सुपना, और ड्रीम ऑफ हुंदा है अपना खुलियां अखां नाल देखिया हुआ सुपना। हुण ये गल कह रहा है कहना मैं तो उत्थे जाण दा कदे हुण सुपना नहीं देखूंगा, ਇਹਦਾ मतलब ये नहीं कह रहा कि मैं रोज़ सुत्ता पै के सुपना देखिया करूंगा, नहीं, मतलब कि जागदियां अखां नाल ही गल कर रहा है भी मैं तो उत्थे जाण दा सुपना भी नहीं हुण कदे देखूंगा। तां करके ड्रीम ऑफ आएगा इत्थे, ड्रीम ऑफ गोइंग देयर। आई हेट दोज बर्गर प्लेसिस, मैं वो बर्गर प्लेसिस नूं नफरत करदा, मैनूं वो नहीं पसंद। सो ये रूल्स ने जिहड़े याद रखने ने, इन्हां दे नाल ये वाली जिहड़ी एक्सरसाइज तुसीं आराम दे नाल कर सकोगे। सो ये सी अपनी ऑक्सफोर्ड की जिहड़ी अपनी ग्रामर है उसकी एक्सरसाइज 126। आई होप कि तुहानूं चंगी तरह समझ आई होवेगी। जेकर वीडियो चंगी लगी है तो इसनूं लाइक शेयर कमेंट जरूर करो, और जेकर चैनल उपर नवे हो तो चैनल नूं सबसक्राइब करना बिल्कुल नहीं भुलना। सो मिलते हैं अगली वीडियो लैके, उदों तक दिओ इजाजत। थैंक यू सो मच।